ਮੁੜ ਕੇ ਆਪਣੇ ਮਨੁੱਖਾ ਜਨਮ ਦੀਆਂ ਕੁਝ ਕੁ ਅਮੋਲਕ ਕੜੀਆਂ ਨੂੰ ਸਫਲਾ ਕਰਨ ਦਾ ਯਤਨ ਪਏ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਵਿਸ਼ਾ ਅੱਜ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ, ਗੌਰਵਮਈ ਸਿੱਖ ਵਿਰਸਾ। ਵਿਸ਼ੇ ਦੀ ਆਰੰਭਤਾ ਤੋਂ ਪਹਿਲਾਂ ਮੈਂ ਆਪ ਸਾਰਿਆਂ ਦੀ ਸੁਰਤ ਨੂੰ ਲੈ ਕੇ ਜਾਣਾ ਚਾਹਾਂਗਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਵੱਲ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਰਬਾਰ ਲੱਗਿਆ ਹੋਇਆ ਹੈ। ਇੱਕ ਪਾਲਕੀ ਲਿਆ ਕੇ ਸਿੱਖਾਂ ਨੇ ਰੱਖੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਨਮੁਖ। ਗੁਰੂ ਪਾਤਸ਼ਾਹ ਪੁੱਛਦੇ ਨੇ ਇਸ ਪਾਲਕੀ ਦੇ ਵਿੱਚ ਕੌਣ ਹੈ, ਤੇ ਸਿੱਖਾਂ ਨੇ ਅੱਗੋਂ ਜਵਾਬ ਦਿੱਤਾ ਹੈ ਕਿ ਜਦੋਂ ਸਿੱਖਾਂ ਦੀ ਜੰਗ ਹੁੰਦੀ ਹੈ ਰਹੀਮਪੁਰ ਦੇ ਨਵਾਬ ਦੇ ਨਾਲ, ਤੇ ਰਹੀਮਪੁਰ ਦਾ ਜਿਹੜਾ ਨਵਾਬ ਸੀਗਾ ਉਹ ਆਪਣੀ ਘਰਵਾਲੀ ਨੂੰ ਜੰਗ ਦੇ ਮੈਦਾਨ ਦੇ ਵਿੱਚ ਛੱਡ ਕੇ ਭੱਜ ਗਿਆ। ਜਦ ਹਾਰ ਗਿਆ ਸਿੱਖਾਂ ਦੇ ਕੋਲੋਂ, ਤੇ ਆਪਣੀ ਜਿਹੜੀ ਉਹਦੀ ਘਰਵਾਲੀ ਸੀਗੀ ਉਸ ਨੂੰ ਜੰਗ ਦੇ ਵਿੱਚ ਮੈਦਾਨ ਦੇ ਵਿੱਚ ਛੱਡ ਕੇ ਉਹ ਭੱਜ ਗਿਆ। ਤੇ ਸਿੱਖਾਂ ਨੇ ਉਸ ਪਾਲਕੀ ਨੂੰ ਚੁੱਕ ਕੇ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਲਿਆਇਆ। ਜਦੋਂ ਗੁਰੂ ਪਾਤਸ਼ਾਹ ਨੂੰ ਪਤਾ ਲੱਗਿਆ ਕਿ ਰਹੀਮਪੁਰ ਦੇ ਨਵਾਬ ਦੀ ਜਿਹੜੀ ਘਰਵਾਲੀ ਹੈਗੀ ਹੈ, ਤੇ ਗੁਰੂ ਪਾਤਸ਼ਾਹ ਨੇ ਉਸੇ ਵੇਲੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹ ਜਿਹੜੀ ਬੱਚੀ ਹੈ ਭਾਵੇਂ ਦੁਸ਼ਮਣ ਦੀ ਧੀ ਹੈ, ਪਰ ਇਸ ਨੂੰ ਸਹੀ ਸਲਾਮਤ ਇਹਦੇ ਘਰ ਜਿਹੜਾ ਛੱਡ ਕੇ ਆਓ। ਹੁਣ ਜ਼ਰੂਰੀ ਨਹੀਂ ਹਰ ਜਗ੍ਹਾ ਸਾਰੇ ਜਿਹੜੇ ਲੋਕ ਹੈਗੇ ਨੇ ਉਹ ਇੱਕੋ ਅਵਸਥਾ ਦੇ ਧਾਰਨੀ ਹੋਣ। ਇੱਕ ਸਿੱਖ ਨੇ ਪਾਤਸ਼ਾਹ ਨੂੰ ਕਿਹਾ, ਪਾਤਸ਼ਾਹ ਸਗਲ ਤੁਰਕ ਪੋ ਗਿਆ ਹਿੰਦਵਾਣੀ, ਕਿ ਜੇ ਕਿਤੇ ਸਾਡੀ ਜਾਂ ਹਿੰਦੂਆਂ ਦੀ ਕੋਈ ਧੀ ਉਹਨਾਂ ਦੇ ਹੱਥ ਲੱਗ ਜਾਂਦੀ ਕਿ ਉਹਨਾਂ ਨੇ ਛੱਡਣੀ ਸੀਗੀ, ਉਹਨਾਂ ਨੇ ਉਹਦੇ ਨਾਲ ਕੀ ਕੁਝ ਕਰਨਾ ਸੀ। ਤੇ ਤੁਸੀਂ ਕਹਿ ਰਹੇ ਹੋ ਕਿ ਇਸ ਨੂੰ ਜਿਹੜਾ ਇਹਦੇ ਘਰ ਸਹੀ ਤੇ ਸਲਾਮਤ ਜਿਹੜਾ ਛੱਡ ਕੇ ਆਓ, ਕਿਉਂਕਿ ਇਹ ਵੀ ਤੇ ਇੱਕ ਜ਼ੋਖਿਮ ਦਾ ਕੰਮ ਹੈ ਨਾ ਕਿ ਦੁਸ਼ਮਣ ਦੇ ਘਰ ਜਾਣਾ, ਦੁਸ਼ਮਣ ਦੀ ਬੇਟੀ ਨੂੰ ਛੱਡ ਕੇ ਆਣਾ। ਤੇ ਜੇ ਕਿਤੇ ਉਹਨਾਂ ਦੇ ਕੋਲ ਸਾਡੀ ਕੋਈ ਧੀ ਹੁੰਦੀ ਤੇ ਕੀ ਉਹਨਾਂ ਨੇ ਛੱਡਣੀ ਸੀਗੀ? ਉਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੱਲ ਕਹੀ, ਤਬ ਸਤਗੁਰ ਬੋਲੇ ਇੱਕ ਬੇਰੇ ਹਮਰੇ ਜਾਨੋ ਪੰਥ ਉਚੇਰੇ। ਇਸ ਗੱਲ ਨੂੰ ਸਮਝਣ ਦੀ ਇੱਥੇ ਬੜੀ ਲੋੜ ਹੈ, ਕਿਉਂਕਿ ਜਿਹੜਾ ਮੈਂ ਵਿਸ਼ਾ ਲਿਆ ਹੈ ਗੌਰਵਮਈ ਸਿੱਖ ਵਿਰਸਾ, ਕਿ ਅਸੀਂ ਕਿਸ ਵਿਰਸੇ ਦੇ ਵਾਰਿਸ ਹੈਗੇ। ਗੁਰੂ ਪਾਤਸ਼ਾਹ ਨੇ ਕਿਹਾ, ਮੈਂ ਆਪਣੇ ਸਿੱਖ ਦੇ ਕਿਰਦਾਰ ਨੂੰ ਇਹੋ ਜਿਹਾ ਵੇਖਣਾ ਚਾਹੁੰਦਾ ਜਿਸ ਦੀ ਮਿਸਾਲ ਦੁਨੀਆ ਦੇ ਵਿੱਚ ਹੋਰ ਕਿਤੇ ਨਾ ਹੋਏ। ਮੈਂ ਚਾਹੁੰਦਾ ਮੇਰੇ ਸਿੱਖ ਦਾ ਜਿਹੜਾ ਕਿਰਦਾਰ ਉਸ ਸ਼ਿਖਰ ਤੇ ਹੋਏ ਜਿਸ ਦੀ ਮਿਸਾਲ ਦੁਸ਼ਮਣ ਦੇ, ਔਰ ਜਿਹੜੀ ਇਹ ਮਿਸਾਲ ਉਹ ਦੁਨੀਆ ਨੇ ਦਿੱਤੀ ਵੀ। ਜਦੋਂ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਆਉਂਦਾ, ਹਮਲਾ ਕਰਦਾ, ਤੇ ਉਸ ਵੇਲੇ ਉਹਦਾ ਜਿਹੜਾ ਜਵਾਈ ਸੀਗਾ ਨਾਸਿਰ ਖਾਂ, ਉਹ ਆਪਣੇ ਨਾਲ ਆਪਣੇ ਉਸਤਾਦ ਕਾਜ਼ੀ ਨੂਰ ਮੁਹੰਮਦ ਨੂੰ ਲੈ ਕੇ ਆਉਂਦਾ। ਕਾਜ਼ੀ ਨੂਰ ਮੁਹੰਮਦ ਲੜਾਈ ਨੂੰ ਵੇਖਦਾ ਹੈ। ਸਿੱਖਾਂ ਔਰ ਜਿਹੜੇ ਉਸ ਵੇਲੇ ਅਬਦਾਲੀ ਦੀਆਂ ਫੌਜਾਂ ਦੇ ਵਿਚਕਾਰ ਜਿਹੜੀ ਲੜਾਈ ਹੁੰਦੀ ਹੈ, ਕਾਜ਼ੀ ਨੂਰ ਮੁਹੰਮਦ ਉਸ ਨੂੰ ਵੇਖਦਾ ਹੈ। ਉਹਨੇ ਆਪਣੀ ਅੱਖਾਂ ਦੇ ਨਾਲ ਸਿੱਖਾਂ ਨੂੰ ਲੜਦੇ ਹੋਏ ਵੇਖਿਆ। ਸਿੱਖਾਂ ਦੀ ਲੜਾਈ ਨੂੰ ਦੇਖਣ ਤੋਂ ਬਾਅਦ ਉਸਨੇ ਇੱਕ ਕਿਤਾਬ ਲਿਖੀ, ਜੰਗਨਾਮਾ ਕਾਜ਼ੀ ਨੂਰ ਮੁਹੰਮਦ। ਉਸ ਕਿਤਾਬ ਦੇ ਵਿੱਚ ਉਹ ਸਿੱਖਾਂ ਬਾਰੇ ਲਿਖਦਾ ਹੈ। ਉਸਨੇ ਲਿਖਿਆ ਕਿ ਮੈਂ ਸਿੱਖਾਂ ਤੋਂ ਇੰਨੀ ਨਫ਼ਰਤ ਕਰਦਾ, ਤਹੇ ਦਿਲੋਂ ਜਿਵੇਂ ਕੋਈ ਨਫ਼ਰਤ ਕਰਦਾ ਉਹਨਾਂ ਨੇ, ਕਿ ਇਸ ਬੰਦੇ ਤੋਂ ਕਹਿੰਦਾ ਮੈਂ ਇਸ ਕੌਮ ਤੋਂ ਬੜੀ ਨਫ਼ਰਤ ਕਰਦਾ, ਮੈਂ ਦਿਲੋਂ ਇਸ ਕੌਮ ਨੂੰ ਨਫ਼ਰਤ ਕਰਦਾ। ਤਾਂ ਹੀ ਜੰਗਨਾਮੇ ਦਾ ਲਿਖਾਰੀ ਕਾਜ਼ੀ ਨੂਰ ਮੁਹੰਮਦ ਹਰ ਥਾਂ ਤੇ ਸਿੱਖਾਂ ਨੂੰ ਸਿੱਖ ਨਹੀਂ ਲਿਖਦਾ ਪਿਆ, ਹਰ ਥਾਂ ਤੇ ਸਿੱਖਾਂ ਨੂੰ ਕੁੱਤੇ ਲਿਖਦਾ ਪਿਆ। ਜਿਹੜਾ ਟੌਪਿਕ ਵੀ ਉਸਨੇ ਲਿਖਿਆ ਹੈ ਉਹ ਵਸਬੇ ਸਗਾ, ਕੁੱਤਿਆਂ ਦੀ ਤਾਰੀਫ। ਕਹਿੰਦਾ ਭਾਵੇਂ ਮੈਂ ਆਪਣੀ ਸਾਰੀ ਜ਼ਿੰਦਗੀ ਇਹਨਾਂ ਨੂੰ ਕੁੱਤੇ ਲਿਖਦਾ ਰਿਹਾ, ਭਾਵੇਂ ਮੈਂ ਆਪਣੀ ਸਾਰੀ ਜ਼ਿੰਦਗੀ ਇਹਨਾਂ ਨੂੰ ਕੁੱਤੇ ਬੋਲਦਾ ਰਿਹਾ, ਪਰ ਜਦ ਮੈਂ ਯਾਦ ਕਰਦਾ ਕਿ ਘੋੜੇ ਤੇ ਸਵਾਰ ਹੋ ਕੇ ਹੱਥ ਦੇ ਵਿੱਚ ਕਿਰਪਾਨਾਂ ਫੜ ਕੇ ਜਿਸ ਬਹਾਦਰੀ ਦੇ ਨਾਲ, ਜਿਸ ਦਲੇਰੀ ਦੇ ਨਾਲ ਇਹ ਮਰਦ ਸੂਰਮੇ ਲੜਦੇ ਨੇ, ਅਸਲ ਦੇ ਵਿੱਚ ਇਹ ਕੁੱਤੇ ਨਹੀਂ ਹੈਗੇ, ਸ਼ੇਰਾਂ ਤੋਂ ਵੀ ਕਿਤੇ ਵੱਧ ਦਲੇਰ ਹੈਗੇ ਨੇ। ਇਹ ਉਹ ਬੰਦਾ ਲਿਖ ਰਿਹਾ ਹੈ ਜਿਹੜਾ ਸਾਡਾ ਦੁਸ਼ਮਣ ਹੈ, ਜਿਹੜਾ ਸਾਡੇ ਤੋਂ ਇੰਨੀ ਨਫ਼ਰਤ ਕਰਦਾ ਹੈ ਕਿ ਸਾਨੂੰ ਲਿਖਦਾ ਵੀ ਕੁੱਤੇ ਪਿਆ ਪਰ ਸਾਡੀ ਤਾਰੀਫ ਕਰ ਰਿਹਾ। ਭੈਣ ਜੀ ਗੱਲ ਕਰ ਰਹੇ ਸੀਗੇ ਕਿ ਜਦ ਸ਼ਿਕਾਰੀ ਲਿਖਦਾ ਹੈ ਤੇ ਉਹ ਹਮੇਸ਼ਾ ਇਹ ਲਿਖਦਾ ਕਿ ਸ਼ੇਰ ਨੂੰ ਜਿਹੜਾ ਹੈ ਆਪਣੀ ਤਾਰੀਫ ਲਿਖਦਾ ਹੈ, ਪਰ ਇੱਥੇ ਜਿਹੜਾ ਸਾਡਾ ਦੁਸ਼ਮਣ ਹੈਗਾ ਉਹ ਵੀ ਇਹ ਲਿਖਦਾ ਪਿਆ ਕਿ ਸਗਾਰਾ ਮਗੋ ਸਕੀ ਹਸਦੰਦ ਸ਼ੇਰ, ਬਾਮਾ ਦਾ ਨਾ ਮਰਦਾ ਚੋ ਸ਼ੇਰਾ ਦਲੇਰ। ਕਹਿੰਦਾ ਮੈਦਾਨੇ ਜੰਗ ਦੇ ਵਿੱਚ ਪਰ ਸ਼ੇਰਾਂ ਤੋਂ ਵੀ ਦਲੇਰੀ ਦੇ ਨਾਲ ਲੜਦੇ ਹੈਗੇ। ਕਹਿੰਦਾ ਪਰ ਉਹਨਾਂ ਦੀ ਦਲੇਰੀ ਦਾ ਇੱਕ ਰਾਜ਼ ਹੈਗਾ। ਉਹ ਰਾਜ਼ ਕੀ ਹੈ ਕਿ ਜਨਗਰ ਜਵਾਸਤ ਵਾਸਤ ਪੀਰ ਬਗੋ ਜੰਗ ਬੁੜੀਆ ਬਰੋ ਗੋਸ਼ਗੀਰ। ਕਹਿੰਦਾ ਉਹਨਾਂ ਦੀ ਜਿਹੜੀ ਬਹਾਦਰੀ ਦਾ ਜਿਹੜਾ ਰਾਜ਼ ਹੈ ਨਾ, ਉਹ ਹੈ ਉਹਨਾਂ ਦਾ ਕੈਰੈਕਟਰ, ਉਹਨਾਂ ਦਾ ਕਿਰਦਾਰ, ਉਹਨਾਂ ਦਾ ਇਖਲਾਕ। ਕਹਿੰਦਾ ਉਹਨਾਂ ਦਾ ਕਿਰਦਾਰ ਇੰਨਾ ਕਮਾਲ ਦਾ ਹੈ ਕਿ ਜੇ ਕਿਤੇ ਲੜਦੇ ਹੋਏ ਦੁਸ਼ਮਣ ਦੀ ਵੀ ਧੀ ਉਹਨਾਂ ਦੇ ਹੱਥ ਆ ਜਾਏ, ਜੇ ਕਿਤੇ ਲੜਦੇ ਹੋਏ ਦੁਸ਼ਮਣ ਦੀ ਭੈਣ ਵੀ ਆ ਜਾਏ, ਕੋਈ ਬੁੱਢੀ ਔਰਤ ਵੀ ਆ ਜਾਏ, ਉਹਦੇ ਨਾਲ ਵੀ ਕਦੀ ਗਲਤ ਕੰਮ ਨਹੀਂ ਕਰਦੇ, ਉਹਨੂੰ ਬੀਬੀ ਜੀ ਤੇ ਭੈਣ ਜੀ ਕਹਿ ਕੇ ਸੰਬੋਧਨ ਕਰਦੇ ਹੈਗੇ ਨੇ। ਉਹਨਾਂ ਦਾ ਕਿਰਦਾਰ ਇੰਨਾ ਉੱਚਾ ਸੁੱਚਾ ਹੈ, ਤੇ ਉਹਨਾਂ ਦਾ ਜਿਹੜਾ ਕਿਰਦਾਰ ਹੈਗਾ ਉਹੀ ਉਹਨਾਂ ਦੀ ਬਹਾਦਰੀ ਦਾ ਕਾਰਨ ਹੈ। ਇਹ ਗੱਲ ਉਹ ਬੰਦਾ ਲਿਖਦਾ ਪਿਆ ਜਿਹੜਾ ਕਿ ਸਾਡੇ ਤੋਂ ਇੰਨੀ ਨਫ਼ਰਤ ਕਰਦਾ ਹੈ
ਕਿ ਸਾਨੂੰ ਜਿਹੜਾ ਹੈ ਉਹ ਕੁੱਤੇ ਲਿਖਦਾ ਪਿਆ। ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਜਿਹੜਾ ਵਿਰਸਾ ਹੈ ਉਹ ਕਿੰਨਾ ਮਹਾਨ ਹੈ। ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਇਸ ਸੰਸਾਰ ਦੇ ਵਿੱਚ ਆਗਮਨ ਹੁੰਦਾ ਹੈ, ਕਿਤੇ ਉਸ ਵੇਲੇ ਦੇ ਹਾਲਾਤਾਂ ਦੇ ਵੱਲ ਝਾਤ ਮਾਰੀਏ, ਕਿਹੋ ਜਿਹੇ ਹਾਲਾਤ ਹੋਣਗੇ ਉਸ ਵੇਲੇ। ਕਿ ਬਾਬਰ ਜਿਹੜਾ ਹੈ ਉਹ ਹਮਲਾਵਰ ਹੋ ਕੇ ਆ ਰਿਹਾ ਹਿੰਦੁਸਤਾਨ ਦੇ ਉੱਤੇ, ਤੇ ਇੱਥੋਂ ਦੇ ਜਿਹੜੇ ਲੋਕਾਂ ਦੀ ਮਾਨਸਿਕਤਾ ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਹੈ ਕਿ ਤੁਹਾਨੂੰ ਕੋਈ ਲੋੜ ਨਹੀਂ ਤਿਆਰੀ ਕਰਨ ਦੀ, ਤੁਹਾਨੂੰ ਕੋਈ ਲੋੜ ਨਹੀਂ ਕਿ ਤੁਸੀਂ ਚਿੰਤਾ ਕਰੋ, ਕੋਈ ਫਿਕਰ ਕਰੋ। ਅਸੀਂ ਮੰਤਰ ਹੀ ਇਹੋ ਜਿਹੇ ਪੜਾਂਗੇ, ਅਸੀਂ ਜਿਹੜਾ ਹੈ ਉਹ ਤੰਤਰ ਮੰਤਰ ਇਹੋ ਜਿਹੇ ਜਿਹੜੇ ਪੜਾਂਗੇ, ਇਹੋ ਜਿਹੇ ਅਸੀਂ ਯੱਗ ਕਰਾਂਗੇ, ਇਹੋ ਜਿਹੇ ਹਵਨ ਕਰਾਂਗੇ ਕਿ ਬਾਬਰ ਦੀ ਜਿਹੜੀ ਫੌਜ ਹੈ ਉਹ ਅੰਨੀ ਹੋ ਜਾਏਗੀ। ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਲਿਖਿਆ, ਕੋਟੀ ਉਪੀਰ ਵਜ ਰਾਏ ਜਾਂ ਮੀਰ ਸੁਣਿਆ ਤਾਇਆ। ਤੇ ਹੋਇਆ ਕੀ? ਗੁਰੂ ਪਾਤਸ਼ਾਹ ਕੇ ਲਿਖਦੇ ਕੋਈ ਮੁਗਲ ਨਾ ਹੋ ਆਂਦਾ, ਕਿਹਦੇ ਨਾਲ ਪਰਚਾ ਲਾਇਆ। ਬਾਬਰ ਆਂਦਾ ਹੈ, ਚੰਦ ਸਿਪਾਹੀਆਂ ਦੇ ਨਾਲ ਆ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਕੁੱਟਦਾ ਹੈ, ਇੱਥੋਂ ਦੇ ਲੋਕਾਂ ਨੂੰ ਮਾਰਦਾ ਹੈ, ਤੇ ਇੱਥੋਂ ਦੇ ਲੋਕਾਂ ਨੂੰ ਚੰਦ ਸਿਪਾਹੀਆਂ ਦੀ ਮਦਦ ਦੇ ਨਾਲ ਜਿਹੜਾ ਉਹ ਗੁਲਾਮ ਬਣਾ ਲੈਂਦਾ। ਤੇ ਪੁਸ਼ਤਾਂ ਤੱਕ, ਸਦੀਆਂ ਤੱਕ ਜਿਹੜੀ ਉਸ ਦੀ ਪੁਸ਼ਤਾਂ ਹਿੰਦੁਸਤਾਨ ਦੇ ਉੱਤੇ ਹਕੂਮਤ ਕਰਦੀਆਂ ਨੇ। ਇਤਿਹਾਸ ਆਪ ਸਾਰੇ ਜਾਣਦੇ ਹੋ ਕਿੰਨਾ ਕੁ ਉਹਨਾਂ ਨੇ ਜ਼ੁਲਮ ਕੀਤਾ, ਅਸੀਂ ਸਾਰੇ ਬਖੂਬੀ ਜਾਣਦੇ ਹਾਂ। ਉਸ ਦਾ ਕਾਰਨ ਕੀ ਸੀ? ਕਾਰਨ ਸੀ ਇੱਥੋਂ ਦੇ ਲੋਕਾਂ ਦੀ ਮਰੀ ਹੋਈ ਮਾਨਸਿਕਤਾ। ਇੰਨੀ ਕੁ ਮਾਨਸਿਕਤਾ ਜਿਹੜੀ ਸੀ ਉਸ ਵੇਲੇ ਜਿਹੜੀ ਡਿੱਗ ਚੁੱਕੀ ਸੀ ਕਿ ਜਿਹੜੇ ਲੋਕ ਸੀਗੇ ਉਸ ਵੇਲੇ ਜਿਹੜੇ ਕਹਿੰਦੇ ਸੀਗੇ ਕਿ ਹਮ ਤੋਂ ਤੋਲਨ ਜਾਣੇ ਤਕੜੀ, ਨੰਗੀ ਕਰਤ ਕਬੂ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਏ, ਮੁਗਲਨ ਸੇ ਕੈਸੇ ਲੜਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੇ ਉਸ ਮਾਨਸਿਕਤਾ ਨੂੰ ਜ਼ਿੰਦਾ ਕੀਤਾ, ਜਿਹੜੇ ਲੋਕ ਬਿਲਕੁਲ ਹੀ ਜਿਨ੍ਹਾਂ ਦੀ ਜਿਹੜੀ ਕਹਿ ਸਕਦੇ ਆ ਕਿ ਆਤਮ ਸਨਮਾਨ ਮਰ ਚੁੱਕਾ ਸੀ, ਉਹਨਾਂ ਲੋਕਾਂ ਦੇ ਅੰਦਰ ਗੁਰੂ ਪਾਤਸ਼ਾਹ ਨੇ ਜਿਹੜੀ ਉਹ ਹਿੰਮਤ ਪੜੀ। ਬਾਬਰ ਨੂੰ ਜਾਬਰ ਕਹਿਣ ਦੀ ਜੁਰਤ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਪੜੀ, ਜਿਹਦੇ ਬਾਰੇ ਡਾਕਟਰ ਮੁਹੰਮਦ ਇਕਬਾਲ ਨੇ ਵੀ ਲਿਖਿਆ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਜ਼ਿੰਦਗੀ ਦੇ ਰਾਜ਼ ਨੂੰ ਪ੍ਰਗਟ ਕਰ ਦਿੱਤਾ। ਵਰਨਾ ਇੱਥੋਂ ਦੇ ਲੋਕਾਂ ਨੂੰ, ਹਿੰਦੁਸਤਾਨ ਦੇ ਲੋਕਾਂ ਨੂੰ ਮਾਈਥੋਲੋਜੀ ਦੇ ਉੱਤੇ ਜਿਹੜਾ ਸੀ ਉਹ ਡਿਪੈਂਡ ਕੀਤਾ ਹੋਇਆ ਸੀ, ਇੱਥੇ ਟਿਕਾਇਆ ਹੋਇਆ ਸੀ। डॉक्टर मोहम्मद इकबाल लिखते कि आज शिकार किया उसने जिंदगी के राज को, हिंद को लेकिन ख्याली फलसफे पर नाज था। मगर हिंदुस्तान के लोगों को किते ते नाज सीगा अपनी माइथोलॉजी के उत्ते कि असीं ते तंत्र मंत्र ही इहो जिहे मारांगे कि जिहड़ा बाबर दी फौज जिहड़ी उन्नी हो जाएगी। पर गुरु पातशाह ने जिहड़ा सी हिंदुस्तान नूं जगा के रख दिता। फिर उठी सदा तौहीद की पंजाब से, हिंद को एक मर्दे कामल ने जगाया ख्वाब से। गुरु नानक पातशाह बारे ये भी गल कौन लिखदा पिया? डॉक्टर मुहम्मद इकबाल, किसी सिख ने नहीं लिखी। ਤੇ ਅਸੀਂ ਉਹਨਾਂ ਹਾਲਾਤਾਂ ਦੇ ਵੱਲ ਝਾਤ ਮਾਰੀਏ। ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੁੰਦਾ ਹੈ। ਗੁਰੂ ਪਾਤਸ਼ਾਹ ਇੱਥੋਂ ਦੇ ਲੋਕਾਂ ਦੇ ਅੰਦਰ ਜਿਹੜੀ ਹੈ ਹਿੰਮਤ ਭਰਦੇ ਹੈਗੇ ਨੇ, ਆਪਣੇ ਵਿਚਾਰਧਾਰਾ ਦੇ ਨਾਲ ਜਿਹੜਾ ਹੈ ਇੱਥੋਂ ਦੇ ਲੋਕਾਂ ਦੀ ਮਾਨਸਿਕ ਜਿਹੜੀ ਗੁਲਾਮੀ ਤੋਂ ਉਹਨਾਂ ਨੂੰ ਆਜ਼ਾਦ ਕਰਾਉਂਦੇ ਨੇ। ਇੱਕ ਹੁੰਦੀ ਹੈ ਸਰੀਰਕ ਗੁਲਾਮੀ, ਇੱਕ ਮਾਨਸਿਕ ਗੁਲਾਮੀ ਹੁੰਦੀ ਹੈ। ਤੇ ਜਦੋਂ ਬਾਬਰ ਨੂੰ ਜਾਬਰ ਕਹਿਣ ਦੀ ਜੁਰਤ ਜਿਹੜੀ ਗੁਰੂ ਨਾਨਕ ਪਾਤਸ਼ਾਹ ਭਰਦੇ ਨੇ ਇੱਥੋਂ ਦੇ ਲੋਕਾਂ ਦੇ ਅੰਦਰ, ਤੇ ਐਸੀ ਜਿਹੜੀ ਜੁਰਤ ਭਰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣੇ ਤੱਕ ਦਾ ਇਤਿਹਾਸ ਤੁਸੀਂ ਵੇਖ ਲਓ, ਜਿੱਥੇ ਜਿੱਥੇ ਹਿੰਦੁਸਤਾਨ ਦੇ ਲੋਕਾਂ ਦੇ ਉੱਪਰ ਜਾਂ ਦੁਨੀਆ ਦੇ ਵਿੱਚ ਕਿਸੇ ਵੀ ਉੱਤੇ, ਕਿਸੇ ਵੀ ਮਜ਼ਲੂਮ ਦੇ ਉੱਤੇ ਜੇਕਰ ਜ਼ੁਲਮ ਹੋਇਆ, ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਜਿਹੜਾ ਸਭ ਤੋਂ ਪਹਿਲੇ ਜਿਹੜਾ ਉੱਥੇ ਖੜਾ ਹੁੰਦਾ ਹੈ। ਭਾਵੇਂ ਉਹ ਦੇਸ਼ ਦੀ ਲੜਾਈ ਦੀ ਗੱਲ ਕਰ ਲਈ, ਅਸੀਂ ਜਦੋਂ ਦੇਸ਼ ਦੇ ਉੱਤੇ ਗੁਲਾਮੀ ਆਈ ਉਦੋਂ ਵੀ ਅਸੀਂ ਉਹ ਕੌਮ ਜਿਹੜੀ 2% ਸੀਗੀ ਉਹਨੇ 80 ਤੋਂ 90% ਜਿਹੜੀਆਂ ਕੁਰਬਾਨੀਆਂ ਦਿੱਤੀਆਂ। ਹੁਣੇ ਅਸੀਂ ਕਿਸਾਨ ਮੋਰਚੇ ਦੀ ਗੱਲ ਕਰ ਲਈਏ, ਜਦੋਂ ਵੀ ਕੋਈ ਸਟੈਂਡ ਲੈਣ ਦੀ ਗੱਲ ਆਉਂਦੀ ਹੈ, ਮਜ਼ਲੂਮ ਦੀ ਰਾਖੀ ਦੇ ਲਈ ਖੜਾ ਹੋਣਾ ਹੁੰਦਾ ਹੈ, ਤੇ ਉਸ ਵੇਲੇ ਸਭ ਤੋਂ ਪਹਿਲੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਖੜਾ ਹੁੰਦਾ। ਕਿਉਂ? ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਨੂੰ ਸਹਿਣਾ ਵੀ ਪਾਪ ਹੈ। ਬਾਬਰ ਨੂੰ ਜਾਬਰ ਕਹਿਣ ਦੀ ਜਿਹੜੀ ਜੁਰਤ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਿੱਖ ਦੇ ਉੱਤੇ ਪੜੀ ਕਿ ਸਿੱਖ ਨੇ ਜਿਹੜਾ ਗੁਲਾਮੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਾ, ਗੁਲਾਮੀ ਨੂੰ ਜਿਹੜਾ ਕਦੇ ਵੀ ਐਕਸੈਪਟ ਨਹੀਂ ਕਰਦਾ। 1634 ਦੀ ਘਟਨਾ ਹੈ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਬਾਜ ਨੇ ਮੁਖਲਿਸ ਖਾਨ ਦੇ ਬਾਜ ਨੂੰ ਜਿਹੜਾ ਉਹ ਧਰਤੀ ਤੇ ਸੁੱਟ ਦਿੱਤਾ, ਜਿੱਥੇ ਅੱਜ ਖਾਲਸਾ ਕਾਲਜ ਅੰਮ੍ਰਿਤਸਰ ਦੀ ਹੈਗਾ। ਤੇ ਉਸ ਵੇਲੇ ਮੁਗਲਾਂ ਨੇ ਆ ਕੇ ਕਿਹਾ ਕਿ ਸਾਡਾ ਜਿਹੜਾ ਬਾਜ ਵਾਪਸ ਕਰ ਦਿਓ, ਤੇ ਗੁਰੂ ਪਾਤਸ਼ਾਹ ਨੇ ਬਾਜ ਦੇਣ ਤੋਂ ਇਨਕਾਰ ਕਰ ਦਿੱਤਾ। ਤੇ ਜਿਹੜੇ ਕੁਝ ਸਿੱਖ ਸੀਗੇ ਉਹਨਾਂ ਨੇ ਕਿਹਾ ਕਿ ਪਾਤਸ਼ਾਹ ਬਾਜ ਦੇ ਨਾਲ ਕਿਉਂ ਲੜਨਾ, ਬਾਜ ਵੀ ਕੋਈ ਲੜਨ ਦੀ ਚੀਜ਼ ਹੈ, ਐਵੇਂ ਅਸੀਂ ਕਿਉਂ ਪੰਗਾ ਲਈਏ ਅਗਲਿਆਂ ਨਾਲ। ਤੇ ਗੁਰੂ ਪਾਤਸ਼ਾਹ ਨੇ ਕਿਹਾ ਇੱਥੇ ਗੱਲ ਬਾਜ ਦੀ ਨਹੀਂ ਹੈਗੀ, ਗੱਲ ਇੱਥੇ ਆਜ਼ਾਦੀ ਦੀ ਵਿਚਾਰਧਾਰਾ ਦੀ ਕਿ ਅਸੀਂ ਗੁਲਾਮੀ ਕਿਸੇ ਦੀ ਬਰਦਾਸ਼ਤ ਨਹੀਂ ਕਰਨੀ। ਤੇ ਉਸ ਵੇਲੇ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ, ਗੁਰੂ ਪਾਤਸ਼ਾਹ ਨੇ ਉਸ ਵੇਲੇ ਕਹਿੰਦੇ ਕਿ ਤਿੰਤੇ ਬਾਜ ਨਹੀਂ ਅਬ ਦੇਣਾ, ਅਬ ਰਾਜ ਤਾਜ ਤਿੰਤੇ ਸਭ ਲੈਣਾ। ਕਹਿੰਦੇ ਗੱਲ ਇੱਥੇ ਆਜ਼ਾਦੀ ਦੀ ਵਿਚਾਰਧਾਰਾ ਦੀ, ਗੱਲ ਇੱਥੇ ਬਾਜ ਦੀ ਨਹੀਂ ਹੈ। ਕਿਸੇ ਨੇ ਉਸ ਵੇਲੇ ਸੋਚਿਆ ਵੀ ਨਹੀਂ ਹੋਏਗਾ ਕਿ ਜਿਸ ਬਾਜ ਦੀ ਲੜਾਈ 1634 ਦੇ ਵਿੱਚ ਸ਼ੁਰੂ ਹੋਈ, ਉਹੀ ਸਿੱਖਾਂ ਨੂੰ ਜਿਹੜਾ 1712 ਦੇ ਵਿੱਚ ਤਾਜ ਜਿਹੜਾ ਹੈ ਰਾਜ ਔਰ ਤਾਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਜਾਏਗੀ। ਸਿੱਖਾਂ ਨੂੰ ਜਿਹੜਾ ਤਾਜ ਉਸ ਟਾਈਮ ਦੇ ਜਾਏਗੀ। 78 ਸਾਲ ਦੇ ਸਮੇਂ ਦੇ ਬਾਅਦ ਸਿੱਖ ਜਿਹੜੇ ਨੇ ਆਪਣਾ ਰਾਜ ਪਹਿਲਾਂ ਸਥਾਪਿਤ ਕਰ ਲੈਂਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਜਿਹੜਾ ਜਦੋਂ ਕਾਇਮ ਕੀਤਾ, ਉਹ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਕਦੀ ਹਿਰਨੀ ਦੇ ਪੇਟ ਦੇ ਵਿੱਚੋਂ ਜਿਹੜੇ
ਬੱਚਿਆਂ ਨੂੰ ਮਰਦਾ ਹੋਇਆ ਵੇਖ ਕੇ ਜਿਹੜਾ ਬਿਰਾਗੀ ਬਣ ਗਿਆ, ਜਦੋਂ ਖੰਡੇ ਬਾਟੇ ਦੀ ਪੋਲ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਜਦੋਂ ਇਤਿਹਾਸ ਸੁਣਿਆ ਸਾਹਿਬਜ਼ਾਦਿਆਂ ਦਾ ਕਿ ਕਿਸ ਤਰੀਕੇ ਦੇ ਨਾਲ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਕਿਸ ਤਰੀਕੇ ਦੇ ਨਾਲ ਵਜ਼ੀਰ ਖਾਨ ਨੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਦੁਖੀ ਕੀਤਾ ਹੋਇਆ ਹੈ, ਤੇ ਉਸਨੇ ਇੱਕ ਸੰਕਲਪ ਕੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਮਣੇ। ਕਹਿੰਦਾ ਸੀਨੇ ਵਿੱਚ ਅਗ ਮੇਰੀ ਅੱਖੀਆਂ 'ਚ ਖੂਨ ਹੈ, ਦਿਲ ਵਿੱਚ ਅਜ ਮੇਰੇ ਹੋਰ ਵੀ ਜਨੂਨ ਹੈ, ਰੈੜੀ ਨਾ ਜਗ ਵਿੱਚ ਗੱਲ ਹੁਣ ਓਪਰੀ, ਮੈਂ ਪੈਰਾ ਹੇਠਾਂ ਰੋਲਾਂਗਾ ਵਜ਼ੀਰ ਖਾਂ ਦੀ ਕੋਪੜੀ, ਦਿਲ ਵਿੱਚ ਵਸਾ ਕੇ ਤਸਵੀਰ ਖੂਨੀ ਕੰਧ ਦੀ, ਮੈਂ ਇੱਟ ਨਾਲ ਇੱਟ ਖੜਕਾਵਾਂਗਾ ਸਰਹੰਦ ਦੀ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਵੇਲੇ ਏਸ਼ੀਆ ਦੀ ਸਭ ਤੋਂ ਵੱਡੀ ਸਲਤਨਤ ਨੂੰ ਖਤਮ ਕਰਕੇ ਪੰਜਾਬ ਦੇ ਵਿੱਚੋਂ ਜਿਹੜਾ ਆਪਣੇ ਗੁਰੂ ਦੇ ਨਾਂ ਦਾ ਸਿੱਕਾ ਜਾਰੀ ਕੀਤਾ, ਕੇਸਰੀ ਜਿਹੜਾ ਉਸ ਟਾਈਮ ਨਿਸ਼ਾਨ ਸਾਹਿਬ ਚਲਾਇਆ, ਆਪਣੇ ਗੁਰੂ ਦੇ ਨਾਂ ਦਾ ਸਿੱਕਾ ਜਾਰੀ ਕਰਕੇ ਉਸ ਦੇ ਉੱਤੇ ਲਿਖ ਦਿੱਤਾ, ਸਿੱਕਾ ਯਦ ਬਰ ਹਰਦੋ ਆਲਮ ਤੇਗੇ ਨਾਨਕ ਵਹਿਬ ਅਸਦ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਹਾਨ, ਫਜ਼ਲ ਸੱਚਾ ਸਾਹਿਬ ਅਸਦ, ਜ਼ਰਬੇ ਅਮਾਨੁਲ ਦਹਰ ਮੁਜ਼ਾਵਰਤ ਸ਼ਰਜ਼ੀਨੇ ਅਲ ਤਖਤ, ਖਾਲਸਾ ਮੁਬਾਰਕ ਪਖਤ। ਪਹਿਲਾ ਜਿਹੜਾ ਨਾਨਕ ਸ਼ਾਹੀ ਸਿੱਕਾ ਜਾਰੀ ਕੀਤਾ, ਪਹਿਲਾ ਨਾਨਕ ਸ਼ਾਹੀ ਕੈਲੰਡਰ ਉਹਨਾਂ ਨੇ ਜਾਰੀ ਕੀਤਾ, ਪਹਿਲੀ ਜਿਹੜੀ ਹੈ ਮੋਹਰ ਗੁਰੂ ਨਾਨਕ ਪਾਤਸ਼ਾਹ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤ ਅਸ ਨਾਨਕ ਗੁਰੂ ਗੋਬਿੰਦ ਸਿੰਘ। ਤੇ ਇਹ ਸਾਡਾ ਇਤਿਹਾਸ ਹੈਗਾ ਜਿਸ ਤੋਂ ਅੱਜ ਲੋੜ ਹੈ ਸਾਨੂੰ ਜਾਣੂ ਕਰਾਈਏ ਆਪਣੇ ਬੱਚਿਆਂ ਨੂੰ। ਜਦੋਂ ਸ਼ਹਾਦਤ ਦੀ ਇੱਥੇ ਗੱਲ ਆਉਂਦੀ ਹੈ ਨਾ ਬਾਬਾ ਬੰਦਾ ਸਿੰਘ ਬਹਾਦਰ ਦੀ, ਤੇ ਜ਼ਰੂਰ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ। ਜਿਸ ਵੇਲੇ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਦਾ ਟਾਈਮ ਆਉਂਦਾ ਹੈ ਤੇ ਉਹਨਾਂ ਨੂੰ ਬਿਠਾਇਆ ਗਿਆ, ਨਾਲ ਉਹਨਾਂ ਦੇ ਜਿਹੜੇ 25 ਜਰਨੈਲਾਂ ਦੇ ਸਿਰ, ਕਿਤੇ ਆਪਣੀ ਸੁਰਤ ਨੂੰ ਉੱਥੇ ਲੈ ਕੇ ਜਾਣ ਦਾ ਯਤਨ ਕਰੀਏ, ਆਪਣੀ ਮਾਨਸਿਕਤਾ ਦੇ ਵਿੱਚ ਉਸ ਦ੍ਰਿਸ਼ ਨੂੰ ਜਿਹੜਾ ਬਣਾਉਣ ਦਾ ਯਤਨ ਕਰੀਏ ਕਿ ਕੌਮ ਦਾ ਜਰਨੈਲ ਵਿਚਕਾਰ ਬੈਠਾ ਹੋਇਆ ਹੈ, ਉਸਦੇ ਆਲੇ ਦੁਆਲੇ ਉਸਦੇ 25 ਜਰਨੈਲਾਂ ਦੇ ਜਿਹੜੇ ਸਿਰ ਨੇ ਉਹ ਉਹਦੇ ਸਾਹਮਣੇ ਕੱਟੇ ਜਾਂਦੇ ਨੇ। ਜ਼ਮੀਨ ਜਿਹੜੀ ਹੈ ਉਹ ਖੂਨ ਦੇ ਨਾਲ ਲਾਲ ਹੈਗੀ ਹੈ। 25 ਜਰਨੈਲਾਂ ਦੇ ਸਿਰ ਜਿਹੜੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਜਿਹੜੇ ਨੇ ਕੱਟੇ ਜਾਂਦੇ ਨੇ, ਤੇ ਨੇਜੇ ਦੇ ਉੱਤੇ ਟੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਆਲੇ ਦੁਆਲੇ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ। ਆਪਣੀ ਮਾਨਸਿਕਤਾ ਦੇ ਵਿੱਚ ਉਸ ਦ੍ਰਿਸ਼ ਨੂੰ ਲੈ ਕੇ ਆਉਣ ਦਾ ਯਤਨ ਕਰੀਏ। ਬਾਬਾ ਬੰਦਾ ਸਿੰਘ ਬਹਾਦਰ ਆਪਣੀ ਅੱਖਾਂ ਬੰਦ ਕਰ ਲੈਂਦੇ ਨੇ ਤੇ ਫਰਕਸ਼ੀਅਰ ਪੁੱਛਦੇ ਕੀ ਹੋ ਗਿਆ ਬੰਦਾ ਸਿੰਘ, ਡਰ ਗਿਆ ਆਪਣੇ ਸਾਥੀਆਂ ਦੀ ਮੌਤ ਨੂੰ ਵੇਖ ਕੇ? ਬਾਬਾ ਬੰਦਾ ਸਿੰਘ ਬਹਾਦਰ ਦਾ ਅੱਗੋਂ ਜਵਾਬ ਹੈ, ਫਰਕਸ਼ੀਅਰ ਡਰਿਆ ਨਹੀਂ ਆ, ਮੈਂ ਅੱਖਾਂ ਇਸ ਕਰਕੇ ਬੰਦ ਨਹੀਂ ਕੀਤੀਆਂ ਕਿ ਮੈਂ ਡਰ ਗਿਆ, ਮੈਂ ਤਾਂ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਰਿਹਾ ਸੀ ਕਿ ਜਿਹੜੇ ਮੇਰੇ ਤੋਂ ਬਾਅਦ ਧਰਮ ਯੁੱਧ ਦੇ ਵਿੱਚ ਆਏ ਨੇ ਉਹ ਮੇਰੇ ਤੋਂ ਪਹਿਲਾਂ ਤੇਰੀ ਗੋਦ ਦੇ ਵਿੱਚ ਚਲੇ ਗਏ, ਮੈਨੂੰ ਕਿਉਂ ਦੇਰੀ ਕੀਤੀ ਜਾ ਰਹੀ ਹੈ? ਫਰਕਸ਼ੀਅਰ ਕਹਿੰਦਾ ਨਹੀਂ ਬੰਦਾ ਸਿੰਘ, ਤੈਨੂੰ ਇਸ ਨਹੀਂ ਆਸਾਨੀ ਦੇ ਨਾਲ ਨਹੀਂ ਮਾਰਨਾ। ਮੈਂ ਦੁਨੀਆ ਦੀ ਤਵਾਰੀਖ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਬੰਦਾ ਸਿੰਘ ਬਹਾਦਰ ਨੂੰ ਦੀਨ ਇਸਲਾਮ ਦੇ ਵਿੱਚ ਲੈ ਕੇ ਆਇਆ। ਪੂਰਾ ਜ਼ੋਰ ਜਿਹੜਾ ਫਰਕਸ਼ੀਅਰ ਨੇ ਲਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਪੌਣੇ 4 ਸਾਲ ਦੇ ਪੁੱਤਰ ਨੂੰ ਲਿਆਇਆ ਗਿਆ, ਹੁਕਮ ਕੀਤਾ ਗਿਆ ਆਪਣੇ ਪੁੱਤਰ ਨੂੰ ਆਪ ਜ਼ਿਬਾ ਕਰ, ਇਹਦੀ ਛਾਤੀ ਨੂੰ ਚੀਰ ਦੇ। ਬਾਬਾ ਬੰਦਾ ਸਿੰਘ ਬਹਾਦਰ ਦਾ ਜਵਾਬ ਹੈ, ਫਰਕਸ਼ੀਅਰ ਮੇਰੀ ਗੋਦ ਦੇ ਵਿੱਚ ਮੇਰਾ ਪੁੱਤਰ ਪਿਆ, ਜੇ ਮੇਰੀ ਗੋਦ ਦੇ ਵਿੱਚ ਤੇਰਾ ਪੁੱਤਰ ਵੀ ਪਿਆ ਹੁੰਦਾ ਮੈਂ ਤਾਂ ਵੀ ਜ਼ਿਬਾ ਨਾ ਕਰਦਾ, ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਕਦੀ ਮਾਸੂਮ ਤੇ ਮਜ਼ਲੂਮ ਦੇ ਉੱਤੇ ਵਾਰ ਨਹੀਂ ਕਰਨਾ। ਬੱਚੇ ਦੀ ਛਾਤੀ ਨੂੰ ਚੀਰਿਆ ਜਾਂਦਾ ਹੈ, ਉਹਦੀ ਚੀਖਾਂ ਦੇ ਨਾਲ ਅਸਮਾਨ ਗੂੰਜ ਜਾਂਦਾ ਹੈ ਤੇ ਉਹਦਾ ਤੜਫਦਾ ਹੋਇਆ ਕਲੇਜਾ ਕੱਟ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਉਹਦਾ ਜਿਹੜਾ ਖੂਨ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਉੱਤੇ ਮਲ ਦਿੱਤਾ ਜਾਂਦਾ ਹੈ। ਬੱਚੇ ਦੇ ਟੁਕੜੇ ਟੁਕੜੇ ਕਰਕੇ ਜਿਹੜਾ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਹਾਰ ਭਰੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਦੇ ਵਿੱਚ ਪਾ ਦਿੱਤਾ ਜਾਂਦਾ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸ਼ੀਅਰ ਪੁੱਛਦੇ, ਬੰਦਾ ਸਿੰਘ ਹੁਣ ਦੱਸ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ? ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਵਾਬ ਹੈ, ਅਣਖ ਦੇ ਮੈਦਾਨ ਦੇ ਵਿੱਚ 2 ਜਰਨੈਲ ਲੜੇ ਨੇ, ਇੱਕ ਤੂੰ ਤੇ ਇੱਕ ਮੈਂ। ਜਿਹੜਾ ਅੱਜ ਜਿੱਤਿਆ ਉਹਦੇ ਗਲ ਦੇ ਵਿੱਚ ਹਾਰ ਪਿਆ, ਭਾਵੇਂ ਉਹਦੇ ਪੁੱਤਰ ਦੇ ਸਰੀਰ ਦੇ ਟੁਕੜਿਆਂ ਦਾ ਪਿਆ, ਤੇ ਤੂੰ ਹਾਰ ਕੇ ਵੀ ਮੇਰੇ ਸਾਹਮਣੇ ਬੈਠਾ। ਫਰਕਸ਼ੀਅਰ ਗੁੱਸੇ ਦੇ ਵਿੱਚ ਆ ਕੇ ਉਹਨੇ ਜਿਹੜਾ ਕੱਟਿਆ ਹੋਇਆ ਸਿਰ ਸੀਗਾ ਨਾ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ, ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ ਦੇ ਵਿੱਚ ਰੱਖ ਦਿੱਤਾ। ਗੋਦ ਦੇ ਵਿੱਚ ਰੱਖ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦੀ, ਉਹਦੇ ਜਿਹੜੇ ਪੁੱਤਰ ਦਾ ਸਿਰ ਸੀਗਾ। ਤੇ ਫਰਕਸ਼ੀਅਰ ਪੁੱਛਦਾ, ਬੰਦਾ ਸਿੰਘ ਹੁਣ ਦੱਸ ਕਿਵੇਂ ਦਾ ਮਹਿਸੂਸ ਹੋ ਰਿਹਾ? ਤੇ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ, ਕਹਿੰਦੇ ਫਰਕਸ਼ੀਅਰ ਇੱਕ ਕਰਜ਼ਾ ਲੈਂਦਾ ਸੀ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ ਸੀ ਨਾ, ਉਸ ਵੇਲੇ ਮਨ ਤੇ ਬੋਝ ਸੀਗਾ ਕਿ ਸਾਡੇ ਗੁਰੂ ਦਾ ਸਾਡੇ ਉੱਤੇ ਬੜਾ ਕਰਜ਼ਾ ਹੈ ਕਿ ਹਮਰੇ ਮਸਤਕ ਦਾਗ ਦਗਾਨਾ ਹਮ ਕਜ ਗੁਰੂ ਬੋ ਸਾਡੇ। ਕਹਿੰਦੇ ਬੜਾ ਕਰਜ਼ਾ ਸੀਗਾ ਸਾਡੇ ਉੱਤੇ ਕਿ ਸਾਡੇ ਗੁਰੂ ਨੇ ਸਾਡੇ ਵਾਸਤੇ ਆਪਣੇ ਪੁੱਤਰ ਕੁਰਬਾਨ ਕੀਤੇ। ਅੱਜ ਮੈਂ ਤੇਰਾ ਧੰਨਵਾਦੀ ਹਾਂ, ਅੱਜ ਮੈਂ ਆਪਣੇ ਪੁੱਤਰ ਦਾ ਸਿਰ ਆਪਣੀ ਗੋਦ 'ਚ ਲੈ ਕੇ ਅੱਜ ਮੈਂ ਗੁਰੂ ਦੀ ਗੋਦ ਦੇ ਵਿੱਚ ਜਾ ਰਿਹਾ। ਅੱਜ ਬੰਦਾ ਸਿੰਘ ਬਹਾਦਰ ਸੁਰਖਰੂ ਹੋ ਗਿਆ, ਕਹਿੰਦਾ ਮੈਂ ਤੇਰਾ ਧੰਨਵਾਦੀ ਹਾਂ। ਕਿੱਥੋਂ ਲਿਆਵਾਂਗੇ ਇਹੋ ਜਿਹਾ ਵਿਰਸਾ? ਅੱਜ ਲੋੜ ਹੈ ਇਹੋ ਜਿਹੇ ਵਿਰਸੇ ਦੇ ਨਾਲ ਜਿੱਥੇ ਆਪ ਜੁੜੀਏ, ਉੱਥੇ ਹੀ ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਾਣੂ ਕਰਵਾਈਏ, ਇਹੋ ਜਿਹੇ ਉਪਰਾਲੇ ਕਰੀਏ ਜਿਹਦੇ ਨਾਲ ਉਹਨਾਂ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਉਹ ਕਿੰਨੇ ਗੌਰਵਮਈ ਵਿਰਸੇ ਦੇ ਵਾਰਿਸ ਨੇ। ਅਸੀਂ ਸੋਚਦੇ ਹਾਂ ਕਿ ਬੱਚੇ ਗੁਰਦੁਆਰੇ ਕਿਉਂ ਨਹੀਂ ਆਉਂਦੇ, ਅੱਜ ਅਸੀਂ ਸੋਚਦੇ ਹਾਂ ਬੱਚੇ ਸਿੱਖੀ ਤੋਂ ਦੂਰ ਕਿਉਂ ਜਾ ਰਹੇ ਨੇ। ਉਸ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੰਨੇ ਅਨਮੋਲ ਵਿਰਸੇ ਦੇ ਵਾਰਿਸ ਹੈਗੇ। ਜਿਸ ਚੀਜ਼ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਉਹਦਾ ਅਸੀਂ ਕਦੀ ਮੁੱਲ ਨਹੀਂ ਸਮਝ ਸਕਦੇ। ਜੇਕਰ ਅਸੀਂ ਗੱਲ ਕਰਦੇ ਹਾਂ ਨਾ ਜਦੋਂ ਯਹੂਦੀ ਕੌਮ ਦੀ,
ਉਹ ਕੌਮ ਜਿਹੜੀ ਕਦੀ ਦੁਨੀਆ ਦੇ ਨਕਸ਼ੇ ਦੇ ਵਿੱਚ ਉਹਨਾਂ ਦੇ ਉੱਪਰ ਇੰਨਾ ਕੁ ਅਤਿਆਚਾਰ ਹੋਇਆ, ਇੰਨਾ ਜ਼ੁਲਮ ਹੋਇਆ ਹਿਟਲਰ ਦੇ ਟਾਈਮ ਤੇ, ਕਿ ਦੁਨੀਆ ਸੋਚਦੀ ਸੀ ਕਿ ਹੁਣ ਇਹ ਕੌਮ ਸਰਵਾਈਵ ਨਹੀਂ ਕਰ ਸਕਦੀ। ਇੰਨਾ ਜ਼ੁਲਮ ਉਹਨਾਂ ਦੇ ਉੱਤੇ ਹੋਇਆ, ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਕਤਲ ਕੀਤਾ ਗਿਆ। ਉਹਨਾਂ ਨੇ ਆਪਣੇ ਇੱਕ ਵਿਦਵਾਨ ਤੋਂ ਪੁੱਛਿਆ ਜਾ ਕੇ ਕਿ ਅਸੀਂ ਕੀ ਕਰੀਏ। ਆਪਣੀ ਵੈਸਟਰਨ ਵਾਲ ਦੇ ਲਾਗੇ ਸਾਰਾ ਦਿਨ ਜਿਹੜੇ ਸੀ ਰੋਂਦੇ ਰਹਿੰਦੇ ਸੀ। ਉਹਨੇ ਕਿਹਾ ਇਸ ਤਰ੍ਹਾਂ ਰੋ ਕੇ ਕੰਮ ਨਹੀਂ ਚੱਲਣਾ, ਯਹੂਦੀ ਕੌਮ ਨੂੰ ਦੁਨੀਆ ਦੇ ਵਿੱਚ ਜ਼ਿੰਦਾ ਕਿਵੇਂ ਕਰਿਆ ਕੀਤਾ ਜਾਏ, ਇਹ ਸੋਚੋ। ਤੇ ਉਹਦੇ ਜਿਹੜੇ ਵਿਦਵਾਨ ਸੀਗਾ ਉਸਨੇ ਕਿਹਾ ਕਿ ਮੈਂ ਤੁਹਾਨੂੰ ਕੁਝ ਸਲਾਹਾਂ ਦੇਵਾਂਗਾ, ਜੇ ਮੈਂ ਜਨਤਕ ਤੌਰ ਤੇ ਦਿੱਤੀ ਤੇ ਮੈਨੂੰ ਵੀ ਮਰਵਾ ਦਿੱਤਾ ਜਾਏਗਾ। ਮੈਨੂੰ ਇੱਕ ਤਬੂਤ ਦੇ ਵਿੱਚ ਪਾਓ, ਜਿਵੇਂ ਕਿਸੇ ਮੁਰਦੇ ਨੂੰ ਲੈ ਜਾਂਦੇ ਨੇ, ਮੈਨੂੰ ਲੈ ਜਾਓ ਤੇ ਉੱਥੇ ਮੈਂ ਤੁਹਾਨੂੰ ਕਬਰਿਸਤਾਨ ਦੇ ਵਿੱਚ ਕੁਝ ਸਲਾਹ ਦੇਵਾਂਗਾ। ਉਹ ਭਾਵੇਂ ਮੈਨੂੰ ਸੁਣਨ ਤੋਂ ਬਾਅਦ ਉੱਥੇ ਹੀ ਦਫਨਾ ਕੇ ਆ ਜਾਓ, ਕੋਈ ਗੱਲ ਨਹੀਂ। ਉਹਨੂੰ ਪਾਇਆ ਗਿਆ ਤਬੂਤ ਦੇ ਵਿੱਚ, ਉਹਨੂੰ ਲੈ ਗਏ। ਉੱਥੇ ਜਾ ਕੇ ਉਸਨੇ 3 ਗੱਲਾਂ ਉਹਨਾਂ ਨੂੰ ਸਮਝਾਈਆਂ, ਜਿਸ ਨੂੰ ਅਪਣਾਉਣ ਤੋਂ ਬਾਅਦ ਉਹ ਕੌਮ ਜਿਹੜੀ ਅੱਜ ਦੁਨੀਆ ਦੀ ਸਭ ਤੋਂ ਸਕਸੈਸਫੁਲ ਕੌਮ ਹੈਗੀ। ਜੇਕਰ ਅਸੀਂ ਵੱਡੇ ਤੋਂ ਵੱਡੇ ਸਾਇੰਟਿਸਟ ਦੀ ਗੱਲ ਕਰ ਲਈਏ, ਭਾਵੇਂ ਐਲਬਰਟ ਆਇਨਸਟਾਈਨ ਦੀ ਗੱਲ ਕਰ ਲਈਏ, ਭਾਵੇਂ ਅਸੀਂ ਦੂਜਿਆਂ ਦੀ ਗੱਲ ਕਰ ਲਈਏ, ਉਹ ਯਹੂਦੀ ਕੌਮ ਦੇ ਵਿੱਚੋਂ ਹੈਗੇ ਨੇ। ਵੱਡੇ ਤੋਂ ਵੱਡੇ ਜਿਹੜੇ ਚੈਨਲ ਹੈਗੇ ਨੇ ਦੁਨੀਆ ਦੇ ਵਿੱਚ, ਉਹ ਯਹੂਦੀਆਂ ਦੇ ਹੈਗੇ ਨੇ। ਵੱਡੇ ਤੋਂ ਵੱਡੀ ਕੰਪਨੀਆਂ, ਭਾਵੇਂ ਤੁਸੀਂ ਫੇਸਬੁੱਕ ਦੀ ਗੱਲ ਕਰ ਲਓ, ਦੂਜਿਆਂ ਦੀ ਗੱਲ ਕਰ ਲਓ, ਉਹ ਯਹੂਦੀਆਂ ਦੀ ਹੈਗੀਆਂ ਨੇ। ਤੇ ਉਹਨਾਂ ਨੇ ਕਿਹੜੀਆਂ ਗੱਲਾਂ ਨੂੰ ਅਪਣਾਇਆ ਜਿਹਦੇ ਨਾਲ ਉਹਨਾਂ ਦੀ ਜਿਹੜੀ ਕੌਮ ਲਗਭਗ ਦੁਨੀਆ ਦੇ ਵਿੱਚੋਂ ਖਤਮ ਹੋ ਚੁੱਕੀ ਸੀ, ਉਹ ਦੁਨੀਆ ਦੀ ਸਭ ਤੋਂ ਸਕਸੈਸਫੁਲ ਕੌਮ ਬਣ ਗਈ। ਉਸਨੇ ਕਿਹਾ ਮੇਰੀ ਕੌਮ ਦੇ ਲੋਕੋ, ਪਹਿਲੀ ਗੱਲ, ਆਪਣੇ ਬੱਚਿਆਂ ਨੂੰ ਉਹਨਾਂ ਦੀ ਮਾਂ ਬੋਲੀ ਤੋਂ ਦੂਰ ਨਾ ਕਰਨਾ। ਜਿੱਥੇ ਵੀ ਭਾਵੇਂ ਤੁਸੀਂ ਜਾਓ, ਦੁਨੀਆ ਦੀ ਜਿਹੜੀ ਲੈਂਗੁਏਜ ਸਿੱਖੋ, ਪਰ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲੇ ਆਪਣੀ ਮਾਂ ਬੋਲੀ ਸਿਖਾਉਣਾ। ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਤੋਂ ਕਦੇ ਦੂਰ ਨਾ ਕਰਨਾ। ਦੂਜੀ ਗੱਲ, ਆਪਣੇ ਬੱਚਿਆਂ ਨੂੰ ਐਜੂਕੇਟਡ ਜ਼ਰੂਰ ਬਣਾਉਣਾ। ਇਹ ਸੋਚੋ ਕਿ ਭਾਵੇਂ ਅਸੀਂ ਰੋਟੀ ਖਾਈਏ ਨਾ ਖਾਈਏ, ਸਾਡੇ ਹੱਥ ਦੇ ਵਿੱਚ ਰੋਟੀ ਹੋਏ ਨਾ ਹੋਏ, ਪਰ ਸਾਡੇ ਬੱਚਿਆਂ ਦੇ ਹੱਥ ਦੇ ਵਿੱਚ ਕਿਤਾਬਾਂ ਜ਼ਰੂਰ ਹੋਣੀ ਚਾਹੀਦੀਆਂ ਨੇ। ਦੁਨੀਆ ਦੀ ਬੈਸਟ ਐਜੂਕੇਸ਼ਨ ਅਸੀਂ ਆਪਣੇ ਬੱਚਿਆਂ ਨੂੰ ਦੇਵਾਂਗੇ, ਇਹ ਸੰਕਲਪ ਕਰੋ। ਤੇ ਤੀਜੀ ਗੱਲ ਜਿਹੜੀ ਉਸਨੇ ਆਪਣੇ ਕੌਮ ਦੇ ਲੋਕਾਂ ਨੂੰ ਕਹੀ, ਕਹਿੰਦਾ ਮੇਰੇ ਕੌਮ ਦੇ ਵਾਰਸੋ, ਰਾਤ ਨੂੰ ਸੌਣ ਲੱਗਿਆ, ਭਾਵੇਂ ਦੁਨੀਆ ਦੇ ਵਿੱਚ ਕਿੰਨਾ ਹੀ ਕਾਮਯਾਬ ਕਿਉਂ ਨਾ ਹੋ ਜਾਓ, ਦੁਨੀਆ ਦੀ ਸਾਰੀ ਦੌਲਤ ਸ਼ੌਹਰਤ ਤੁਸੀਂ ਹਾਸਿਲ ਕਰ ਲਓ, ਪਰ ਰਾਤ ਨੂੰ ਸੌਣ ਲੱਗਿਆ ਆਪਣੇ ਬੱਚਿਆਂ ਨੂੰ ਇੱਕ ਵਾਰੀ ਇਹ ਅਹਿਸਾਸ ਜ਼ਰੂਰ ਕਰਾਇਓ ਕਿ ਤੁਸੀਂ ਕਿਸ ਕੌਮ ਦੇ ਵਾਰਿਸ ਹੈਗੇ, ਤੁਹਾਡੇ ਨਾਲ ਕੀ ਕੁਝ ਵਾਪਰਿਆ ਹੈ, ਤੁਹਾਡਾ ਇਤਿਹਾਸ ਕੀ ਹੈ, ਤੁਹਾਡੀ ਫਿਲਾਸਫੀ ਕੀ ਹੈ। ਇੱਕ ਵਾਰੀ ਆਪਣੇ ਬੱਚਿਆਂ ਨੂੰ ਅਹਿਸਾਸ ਜ਼ਰੂਰ ਕਰਾਇਓ ਕਿ ਤੁਹਾਡਾ ਆਪਣੀ ਕੌਮ ਦੇ ਪ੍ਰਤੀ ਕੁਝ ਫਰਜ਼ ਹੈਗਾ। ਇਹ 3 ਗੱਲਾਂ ਉਹਨੇ ਆਪਣੀ ਕੌਮ ਨੂੰ ਜਿਹੜੀ ਹੈ ਇਹ ਸੁਨੇਹਾ ਦਿੱਤਾ। ਤੇ ਮੈਂ ਸਮਝਦਾ ਜੋ ਉਹਨਾਂ ਦੇ ਨਾਲ ਵਾਪਰਿਆ ਉਸ ਤੋਂ ਵੱਧ ਕੇ ਸਾਡੇ ਨਾਲ ਵਾਪਰਿਆ। ਅਸੀਂ ਕਈ ਵਾਰੀ ਨਾ ਇਹ ਸੋਚ ਕੇ ਬੜੇ ਨੈਗੇਟਿਵ ਜੀ ਗੱਲਾਂ ਕਰਦੇ ਕਿ ਸਾਡੀ ਪੋਪੂਲੇਸ਼ਨ ਘੱਟ ਹੈ, ਹੋਰ ਘੱਟ ਹੁੰਦੀ ਜਾ ਰਹੀ। ਉਹਨਾਂ ਦੀ ਪੋਪੂਲੇਸ਼ਨ ਵੇਖ ਰਹੀ ਹੈ 1 ਕਰੋੜ ਹੈ, ਸਾਡੇ ਤੋਂ ਵੀ ਲਗਭਗ ਅੱਧੀ ਹੈ। ਅੱਜ ਦੇਖੋ ਕਿੱਥੇ ਬੈਠੇ ਹੋਏ ਨੇ। ਤੇ ਅੱਜ ਲੋੜ ਹੈ ਅਸੀਂ ਵੇਖੀਏ, ਵਿਚਾਰ ਕਰੀਏ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਅਸੀਂ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਜਿਹੜਾ ਧਰਮ ਦੇ ਨਾਲ ਜੋੜ ਸਕਦੇ ਹਾਂ। ਅੱਜ ਅਸੀਂ ਜੇਕਰ ਇਹ ਸਭ ਕੁਝ ਜਾਣਦੇ ਹੈਗੇ, ਸਭ ਕੁਝ ਬੋਲ ਰਹੇ, ਤੇ ਉਹਦਾ ਰੀਜ਼ਨ ਕहीं ਨਾ ਕहीं ਇਹੀ ਹੈ ਕਿ ਸਾਡੇ ਵੀ ਬਰੇਲੀ ਸਰਕਲ ਦੇ ਵਿੱਚ ਜਿਹੜਾ ਕੈਂਪ ਲੱਗਦੇ ਹੈਗੇ ਹਰ ਸਾਲ, ਜਿਹੜਾ ਲਗਭਗ 15 ਸਾਲ ਤੋਂ ਕੈਂਪ ਲੱਗ ਰਿਹਾ ਹੈ, ਜਿਹਦੇ ਵਿੱਚ 350 ਤੋਂ 400 ਬੱਚੇ ਜਿਹੜੇ ਨੇ ਹਰ ਵਾਰੀ ਪੜ੍ਹਦੇ ਹੈਗੇ ਨੇ। ਅਸੀਂ ਜਦੋਂ ਛੋਟੇ ਹੁੰਦੇ ਸੀ ਅਸੀਂ ਉੱਥੋਂ ਹੀ ਸਭ ਕੁਝ ਸਿੱਖਿਆ। ਉਸ ਤੋਂ ਬਾਅਦ ਅੱਜ ਅਸੀਂ ਉੱਥੇ ਜਿਹੜਾ ਐਜ਼ ਅ ਟੀਚਰ ਵੀ ਸੇਵਾ ਨਿਭਾ ਰਹੇ ਹੈਗੇ। ਸੋ ਇਹੋ ਜਿਹੇ ਉਪਰਾਲੇ ਕਰਨ ਦੀ ਅੱਜ ਬੜੀ ਲੋੜ ਹੈਗੀ ਹੈ, ਜਿਹਦੇ ਨਾਲ ਸਾਡੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਬਾਰੇ ਜਾਣੂ ਅਸੀਂ ਕਰਾ ਸਕੀਏ ਕਿ ਜਦੋਂ ਉਹਨਾਂ ਨੂੰ ਆਪਣੇ ਵਿਰਸੇ ਦੇ ਬਾਰੇ ਪਤਾ ਹੋਏਗਾ ਤਾਂ ਹੀ ਉਹ ਜਿਹੜਾ ਆਪਣੇ ਵਿਰਸੇ ਤੇ ਮਾਣ ਮਹਿਸੂਸ ਕਰ ਪਾਉਣਗੇ। ਤੇ ਅਖੀਰ ਦੇ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੇ ਕੁਝ ਪ੍ਰੇਰਣਾ ਬੜੇ ਸ਼ਬਦ ਕਹਿ ਕੇ ਮੈਂ ਆਪਣੇ ਵਿਸ਼ੇ ਨੂੰ ਸਮਾਪਤ ਕਰਾਂ। ਗੋਬਿੰਦ ਗੁਰੂ का खालसा तू है शाही की परवाज तेरी, हक परचम जो गुरु नानक का, तुझे कसम है विश्व झुलाने की, बस एक यादहानी देनी थी, कड़वा ये फर्ज निभाना था, जाने ना जाने तू जाने अपनी थी गर्ज सुनाने की, जाने ना जाने तू जाने अपनी थी गर्ज सुनाने की। पुला चुका दी खिमा, परवानो जी फतेह, वाहेगुरु जी का खालसा, वाहेगुरु जी की फतेह। जाने न जाने तू जाने अपनी थी गर्ज सुनाने की। बहुत बहुत धन्यवाद सरदार करणदीप सिंह जी बरेली सर्कल, जिन्हों ने बहुत ही सोहने तरीके नाल अपने विषय ਨੂੰ ਨਿਭਾਇਆ ਹੈ। ਸਾਡਾ ਇਤਿਹਾਸ, ਸਾਡੀ ਕੌਮ, ਇੰਨਾ ਗੌਰਵਮਈ ਵਿਰਸਾ ਹੈ ਸਾਡਾ।